ਜਦੋਂ ਪਾਰਲੀਮੈਂਟ ਦੇ ਵਿੱਚ ਇਹਦੀ ਵੋਟ ਪਾਉਣ ਦਾ ਵੇਲਾ ਆਇਆ ਉਦੋਂ ਕਾਂਗਰਸ ਪਾਰਟੀ ਦਾ ਇੱਕ ਵੀ ਐਮਪੀ ਉੱਥੇ ਹਾਜ਼ਰ ਨਹੀਂ ਸੀ। ਕੀ ਗੱਲ ਖਿਸਕ ਗਏ ਉੱਥੋਂ ਜਾਣ ਕੇ? ਅਕਾਲੀ ਦਲ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਸੀ ਜਿਨ੍ਹਾਂ ਦੇ ਪ੍ਰਧਾਨ ਸਾਹਿਬ ਨੇ ਆਪਦੀ ਤਕਰੀਰ ਵਿੱਚ ਵੀ ਤੇ ਉੱਥੇ ਵੋਟ ਪਾ ਕੇ ਵੀ ਆਪਦੀ ਸਥਿਤੀ ਸਪਸ਼ਟ ਕੀਤੀ। ਮੈਂ ਤਾਂ ਚਲਾ ਗਿਆ, ਕਹਿੰਦਾ ਉੱਥੇ ਵੋਟਿੰਗ ਨਹੀਂ ਹੋਈ। 6 ਸਾਲ ਹੋ ਗਏ ਭਗਵੰਤ ਮਾਨ ਨੂੰ ਮੈਂਬਰ ਪਾਰਲੀਮੈਂਟ ਬਣਿਆ। ਮੈਨੂੰ ਸ਼ਰਮ ਆਉਂਦੀ ਹੈ ਕਿ ਐਡੇ ਵੱਡੇ ਝੂਠ। ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਪੰਜਾਬ ਦੀ ਗੱਲ ਕੀਤੀ ਜਾਵੇ ਵਿਸ਼ੇਸ਼ ਤੌਰ ਤੇ ਤਾਂ ਗੱਲ ਆ ਰਹੀ ਹੈ ਆਰਡੀਨੈਂਸ ਦੀ, ਜਿਸ ਨੂੰ ਲੈ ਕੇ ਕੱਲ 2 ਘੰਟੇ ਲਈ ਪੂਰੇ ਪੰਜਾਬ ਨੂੰ ਕਿਹਾ ਜਾਵੇ ਤਾਂ ਇੱਕ ਵਾਰ ਕਿਸਾਨਾਂ ਨੇ ਜਾਮ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਗੱਲ ਆ ਰਹੀ ਸੀ ਅਕਾਲੀ ਦਲ ਦੇ ਸਟੈਂਡ ਦੀ ਕਿ ਅਕਾਲੀ ਦਲ ਦਾ ਸਟੈਂਡ ਕੀ ਹੈ। ਦੇਰ ਰਾਤ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਆਉਂਦਾ ਹੈ। ਉਸ ਤੋਂ ਬਾਅਦ ਸਥਿਤੀ ਕਿਤੇ ਨਾ ਕਿਤੇ ਕਲੀਅਰ ਜ਼ਰੂਰ ਹੁੰਦੀ ਹੈ। ਸਾਡੇ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਜੋ ਕਿ ਪ੍ਰਧਾਨ ਨੇ ਯੂਥ ਅਕਾਲੀ ਦਲ ਸਾਡੇ ਨਾਲ ਮੌਜੂਦ ਨੇ। ਰੋਮਾਣਾ ਸਾਹਿਬ, ਸਥਿਤੀ ਕਲੀਅਰ ਕਰਨ ਵਿੱਚ ਅਕਾਲੀ ਦਲ ਨੇ ਇੰਨਾ ਟਾਈਮ ਕਿਉਂ ਲਗਾਇਆ? ਵੇਖੋ, ਉਹ ਅੰਗਰੇਜ਼ੀ 'ਚ ਇੱਕ ਕਹਾਵਤ ਹੈ ਕਿ ਜਦੋਂ ਪੁਲ ਆਉਂਦਾ ਹੈ ਯੂ ਕੈਨ ਕ੍ਰਾਸ ਦ ਬ੍ਰਿਜ ਵੈਨ ਇਟ ਕਮਸ। ਜਦੋਂ ਸਥਿਤੀ ਸਪਸ਼ਟ ਕਰਨ ਦਾ ਸਮਾਂ ਆਇਆ, ਇਹ ਉਦੋਂ ਹੀ ਆਉਣਾ ਸੀ। ਅਸੀਂ ਪਹਿਲਾਂ ਵੀ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਹਾਂ, ਸਥਿਤੀ ਸਪਸ਼ਟ ਕਰਨ ਦਾ ਸਮਾਂ ਉਦੋਂ ਹੀ ਆਉਣਾ ਸੀ ਜਦੋਂ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਵੋਟਿੰਗ ਵਾਸਤੇ ਆਉਂਦਾ, ਜਿੱਥੇ ਮਹਿਣੇ ਰੱਖਦੇ ਸੀ ਕਿ ਤੁਹਾਡੀ ਸਥਿਤੀ ਕੀ ਹੈ। ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਵੋਟਿੰਗ ਵਾਸਤੇ ਆਇਆ, ਸ਼੍ਰੋਮਣੀ ਅਕਾਲੀ ਦਲ ਨੇ ਆਪਦੀ ਸਥਿਤੀ ਸਪਸ਼ਟ ਕੀਤੀ। ਤੇ ਮੈਂ ਇਹ ਗੱਲ ਕਰਨੀ ਚਾਹੂੰਗਾ ਇੱਥੇ ਕਿ ਉੱਥੇ ਇਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਸਪਸ਼ਟ ਨਹੀਂ ਹੋਈ, ਉੱਥੇ ਸਥਿਤੀ ਸਪਸ਼ਟ ਹੋਈ ਕਾਂਗਰਸ ਪਾਰਟੀ ਦੀ ਵੀ, ਉੱਥੇ ਸਥਿਤੀ ਸਪਸ਼ਟ ਹੋਈ ਆਮ ਆਦਮੀ ਪਾਰਟੀ ਦੀ ਵੀ। ਜਿਹੜੇ ਲੋਕਾਂ ਦੇ ਵਿੱਚ ਬਹਿ ਕੇ ਗੱਲਾਂ ਹੋਰ ਕਰਦੇ ਸੀ ਤੇ ਜਦੋਂ ਲੋਕਾਂ ਦੇ, ਕਿਸਾਨਾਂ ਦੇ, ਪੰਜਾਬ ਦੀ ਕਿਸਾਨੀ ਦੇ ਹੱਕ ਦੇ ਵਿੱਚ ਨਿਤਰਨ ਦਾ ਵੇਲਾ ਆਇਆ, ਜਦੋਂ ਪਾਰਲੀਮੈਂਟ ਦੇ ਵਿੱਚ ਇਹਦੀ ਵੋਟ ਪਾਉਣ ਦਾ ਵੇਲਾ ਆਇਆ, ਉਦੋਂ ਕਾਂਗਰਸ ਪਾਰਟੀ ਦਾ ਇੱਕ ਵੀ ਐਮਪੀ ਉੱਥੇ ਹਾਜ਼ਰ ਨਹੀਂ ਸੀ। ਕੀ ਗੱਲ ਖਿਸਕ ਗਏ ਉੱਥੋਂ ਜਾਣ ਕੇ? ਉੱਥੇ ਆਮ ਆਦਮੀ ਪਾਰਟੀ ਦਾ ਇੱਕੋ ਐਮਪੀ ਹੈ ਭਗਵੰਤ ਮਾਨ, ਉਹ ਵੀ ਹਾਜ਼ਰ ਨਹੀਂ ਸੀ। ਜਦੋਂ ਕਿਸਾਨਾਂ ਨੂੰ ਇਹਨਾਂ ਦੇ ਵੋਟਾਂ ਦੀ ਲੋੜ ਸੀ ਉਦੋਂ ਇਹਨਾਂ ਨੇ ਵੋਟਾਂ ਪਾਈਆਂ ਨਹੀਂ ਕਿਸਾਨੀ ਦੇ ਹੱਕ 'ਚ। ਕਾਂਗਰਸ ਪਾਰਟੀ ਦਾ ਦੋਗਲਾ ਚਿਹਰਾ ਤਾਂ ਪਿਛਲੇ 2 ਦਿਨਾਂ ਤੋਂ ਸਾਹਮਣੇ ਆ ਰਿਹਾ। ਕੇਂਦਰ ਦੀ ਸਰਕਾਰ ਨੇ ਸਪਸ਼ਟ ਕਰਤਾ ਕਿ ਇਹ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਜਿਹੜੀ 6 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਜਿਹੜੀ ਕਮੇਟੀ ਬਣੀ ਸੀ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ, ਉਸ ਕਮੇਟੀ ਦੀ ਰეკਮੈਂਡੇਸ਼ਨ ਸੀ ਕਿ ਇਹ ਲਿਆਂਦਾ ਜਾਵੇ। ਉਸ ਕਮੇਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸੀ, 2 ਮੀਟਿੰਗਾਂ 'ਚ ਸ਼ਾਮਲ ਵੀ ਹੋਏ, 2 ਮੀਟਿੰਗਾਂ 'ਚ ਪੰਜਾਬ ਦਾ ਵਿੱਤ ਮੰਤਰੀ ਸ਼ਾਮਲ ਹੋਇਆ। ਦੂਜੀ ਗੱਲ, ਜਦੋਂ ਦਾ ਵਿਧਾਨ ਸਭਾ 'ਚ ਇਹ ਬਿੱਲ ਆਉਂਦਾ ਹੈ, ਸੇਮ ਬਿੱਲ ਹੈ, ਉਦੋਂ ਕਾਂਗਰਸ ਦੇ ਐਮਐਲਏ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਂਦੇ, ਜਿਹਨੂੰ ਇਹ ਕਿਸਾਨ ਮਾਰੂ ਬਿੱਲ ਕਹਿੰਦੇ। ਜਦੋਂ ਪਾਰਲੀਮੈਂਟ ਦੇ ਵਿੱਚ ਆਇਆ, ਇਹਨਾਂ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇੱਕ ਦਿਨ ਪਹਿਲਾਂ ਜਹਾਜ਼ ਚੜ੍ਹ ਕੇ ਵਿਦੇਸ਼ ਚਲੇ ਜਾਂਦੇ ਆ। ਕੀ ਗੱਲ, ਇੱਕ ਦਿਨ ਠਹਿਰ ਕੇ ਨਹੀਂ ਜਾ ਸਕਦੇ ਸੀ? ਕੀ ਕਿਸਾਨਾਂ ਦੇ ਜਿਹੜਾ ਐਡਾ ਵੱਡਾ ਬਿੱਲ ਇਹ ਕਹਿ ਰਹੇ ਸੀ ਕਿ ਕਿਸਾਨ ਮਾਰੂ ਬਿੱਲ ਹੈ ਤੇ ਉਹਦੇ ਤੇ ਵੋਟ ਪਾਉਣ ਵਾਸਤੇ ਰੁਕੇ ਕਿਉਂ ਨਹੀਂ? ਸਾਰੇ ਐਮਪੀ ਇਹਨਾਂ ਦੇ ਗੈਰ ਹਾਜ਼ਰ ਸੀ। ਸੋ ਸਥਿਤੀ ਜਿਹੜੀ ਹੈ ਉੱਥੇ ਸਾਰੀਆਂ ਪਾਰਟੀਆਂ ਦੀ ਸਪਸ਼ਟ ਹੋਈ, ਕੇਵਲ ਅਕਾਲੀ ਦਲ ਦੀ ਨਹੀਂ। ਕੇਵਲ ਤੇ ਕੇਵਲ ਅਕਾਲੀ ਦਲ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਸੀ ਜਿਨ੍ਹਾਂ ਦੇ ਪ੍ਰਧਾਨ ਸਾਹਿਬ ਨੇ ਆਪਦੀ ਤਕਰੀਰ ਵਿੱਚ ਵੀ ਤੇ ਉੱਥੇ ਵੋਟ ਪਾ ਕੇ ਵੀ ਆਪਦੀ ਸਥਿਤੀ ਸਪਸ਼ਟ ਕੀਤੀ ਕਿ ਕਿਉਂਕਿ ਕਿਸਾਨਾਂ ਦੀਆਂ ਭਾਵਨਾਵਾਂ, ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਵਾਂ ਇਸ ਬਿੱਲ ਦੇ ਵਿਰੋਧ 'ਚ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦਾ ਵਿਰੋਧ ਕਰੇਗੀ। ਹਮੇਸ਼ਾ ਜੋ ਵਿਰੋਧੀ ਨੇ ਇਸ ਚੀਜ਼ ਨੂੰ ਲੈ ਕੇ ਸਵਾਲ ਉਠਾਉਂਦੇ ਰਹੇ ਸੀਗੇ ਕਿ ਅਕਾਲੀ ਦਲ ਨੇ ਸਥਿਤੀ ਸਪਸ਼ਟ ਨਹੀਂ ਕੀਤੀ। ਤੁਹਾਡਾ ਕੁਝ ਦਿਨ ਪਹਿਲੇ ਮੈਂ ਇੰਟਰਵਿਊ ਕੀਤਾ ਸੀ, ਤੁਸੀਂ ਉਸ ਵਿੱਚ ਕਿਹਾ ਸੀਗਾ ਕਿ ਵਿਰੋਧੀ ਜੋ ਨੇ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਇਸ ਦਾ ਮਤਲਬ ਕਿ ਵਿਰੋਧੀ ਉਸ 'ਤੇ ਠੀਕ ਸੀਗੇ? ਵਿਰੋਧੀ ਠੀਕ ਨਹੀਂ ਸੀ ਉਹਦੇ 'ਚ। ਵਿਰੋਧੀ ਠੀਕ ਤਾਂ ਹੁੰਦੇ ਜੇ ਕੱਲ੍ਹ ਵੀ ਨਿੱਤਰਦੇ ਉੱਥੇ। ਗੱਲ ਕੀ ਸੀ, ਇੱਕ ਬਿੱਲ ਆਇਆ, ਉਸ ਬਿੱਲ ਨੂੰ ਲੈ ਕੇ ਹਰੇਕ ਦੀ ਆਪਦੀ ਮਤ ਹੋ ਸਕਦੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਹੈ। ਬਿੱਲ ਨੂੰ ਲੈ ਕੇ ਪਾਰਟੀ ਦੇ ਵਿੱਚ ਮਤ ਹੋਰ ਸੀ, ਕਿਸਾਨ ਜਥੇਬੰਦੀਆਂ ਦੀ ਮਤ ਹੋਰ ਸੀ, ਕੁਝ ਹੋਰ ਜਥੇਬੰਦੀਆਂ ਸੀ ਉਹਨਾਂ ਦੀ ਮਤ ਹੋਰ ਸੀ। ਅਸੀਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਹਰ ਇੱਕ ਪੰਜਾਬ ਦੀ ਕਿਸਾਨ ਜਥੇਬੰਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬਹਿ ਕੇ ਵਿਚਾਰ ਕੀਤੇ, ਮਜ਼ਦੂਰ ਜਥੇਬੰਦੀਆਂ ਨਾਲ ਕੀਤੇ, ਆੜਤੀ ਐਸੋਸੀਏਸ਼ਨਸ ਨਾਲ ਕੀਤੇ, ਪਾਰਟੀ ਦੇ ਕਾਡਰ ਨਾਲ ਕੀਤਾ। ਜਦੋਂ ਇਸ ਗੱਲ ਤੇ ਜਿਹਦੇ ਪਿੱਛੇ ਬਿੱਲ ਲਿਆਂਦਾ ਜਾ ਰਿਹਾ, ਆਪਾਂ ਇਹ ਕਹਿੰਦੇ ਆ ਨਾ ਕਿ ਕਿਸਾਨਾਂ ਦੇ ਹੱਕ ਵਾਸਤੇ ਬਿੱਲ ਆਇਆ। ਜੇ ਕਿਸਾਨਾਂ ਦੇ ਹੱਕ ਵਾਸਤੇ ਬਿੱਲ ਆਇਆ ਤੇ ਕਿਸਾਨ ਸੰਤੁਸ਼ਟ ਨਹੀਂ ਹੈ ਉਹਦੇ ਤੇ, ਕਿਸਾਨਾਂ ਦੇ ਕਈ ਸ਼ੰਕੇ ਹੈ, ਕਿਸਾਨਾਂ ਦੇ ਕਈ ਸ਼ੱਕ ਹੈ, ਉਹ ਫਿਰ ਜਿੰਨਾ ਚਿਰ ਉਹ ਦੂਰ ਨਹੀਂ ਹੁੰਦੇ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਉਹਨਾਂ ਚਿਰ ਬਿੱਲ ਨਾ ਲੈ ਕੇ ਆਇਆ ਜਾਵੇ। ਜਿਹਦੇ ਹੱਕ ਵਿੱਚ ਆਪਾਂ, ਜਿਹਦੇ ਫਾਇਦੇ ਵਾਸਤੇ ਬਿੱਲ ਲਿਆ ਰਹੇ ਹਾਂ, ਪਹਿਲਾਂ ਉਹਨਾਂ ਦੀ ਤਸੱਲੀ ਕਰਾਉਣੀ ਜ਼ਰੂਰੀ ਹੈ। ਤੇ ਜੇ ਭਾਜਪਾ ਨੇ ਫਿਰ ਵੀ ਬਿਨਾਂ ਉਹਨਾਂ ਦੇ ਸ਼ੱਕ, ਸ਼ੁਬੇ, ਸ਼ੰਕੇ ਦੂਰ ਕੀਤੇ, ਬਿਨਾਂ ਉਹਨਾਂ ਦੀਆਂ ਰਿਜ਼ਰਵੇਸ਼ਨਸ ਦੂਰ ਕੀਤੇ ਇਹ ਬਿੱਲ ਲਿਆਂਦਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਦੀ ਸਥਿਤੀ ਸਪਸ਼ਟ ਕਰਤੀ। ਕਿਉਂਕਿ ਪ੍ਰਧਾਨ ਸਾਹਿਬ ਦਾ ਬਿਆਨ ਪਹਿਲੇ ਦਿਨੋਂ ਇੱਕ ਆ ਰਿਹਾ, ਚਾਹੇ
ਬਿੱਲ ਉਸ ਵੇਲੇ ਅਸੀਂ ਬਿੱਲ ਦੀ ਵਿਰੋਧਤਾ ਨਹੀਂ ਕੀਤੀ ਸੀ, ਪਰ ਇੱਕ ਗੱਲ ਪ੍ਰਧਾਨ ਸਾਹਿਬ ਦੇ ਜਿਹੜਾ ਸਟੈਂਡ ਹੈ ਪਹਿਲੇ ਦਿਨੋਂ ਸਪਸ਼ਟ ਰਿਹਾ ਕਿ ਜਿੱਥੇ ਕਿਸਾਨਾਂ ਦੀ ਭਾਵਨਾਵਾਂ ਦੀ ਗੱਲ ਆ ਗਈ, ਕਿਸਾਨੀ ਦੀ ਗੱਲ ਆ ਗਈ, ਪੰਜਾਬ ਦੇ ਲੋਕਾਂ ਦੀ ਗੱਲ ਆ ਗਈ, ਨਾ ਸਾਡੇ ਵਾਸਤੇ ਸਰਕਾਰ ਜ਼ਰੂਰੀ, ਨਾ ਸਾਡੇ ਵਾਸਤੇ ਗੱਠਜੋੜ ਜ਼ਰੂਰੀ, ਸਭ ਕੁਝ ਬਾਅਦ 'ਚ ਹੈ। ਸਭ ਤੋਂ ਪਹਿਲਾਂ ਕਿਸਾਨੀ ਦੇ ਹਿੱਤ ਹੈ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਤੇ। ਮੈਂ ਅੱਜ ਬੜਾ ਫਖਰ ਮਹਿਸੂਸ ਕਰਦਾ ਕਿ ਮੇਰੀ ਪਾਰਟੀ ਦਾ ਪ੍ਰਧਾਨ ਹੈ ਜਿਹੜਾ ਉੱਥੇ 542 ਦੇ ਵਿੱਚੋਂ ਕੱਲਾ ਖੜ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਦਿੱਤਾ ਤੇ ਇਸ ਬਿੱਲ ਦੇ ਵਿੱਚ, ਕਿਉਂਕਿ ਕਿਸਾਨਾਂ ਦੀਆਂ ਭਾਵਨਾਵਾਂ ਇਸ ਬਿੱਲ ਦੇ ਖਿਲਾਫ ਸੀ, ਇਸ ਬਿੱਲ ਦੇ ਖਿਲਾਫ ਵੋਟ ਪਾਈ। ਜੇਕਰ ਇਹ ਸਾਰੀ ਗੱਲਾਂ ਤੁਹਾਡੀਆਂ ਠੀਕ ਨੇ, ਜੇਕਰ ਤੁਸੀਂ ਉਸ ਦੇ ਖਿਲਾਫ ਹੋ ਬਿੱਲ ਦੇ, ਵੱਡਾ ਐਕਸ਼ਨ ਲੈਣ ਲਈ ਵੀ ਤਿਆਰ ਹੋ, ਤਾਂ ਕੱਲ ਦੇ ਪ੍ਰੋਟੈਸਟ ਵਿੱਚ ਅਕਾਲੀ ਦਲ ਦੀ ਸ਼ਮੂਲੀਅਤ ਕਿਉਂ ਨਹੀਂ? ਕਿਉਂ ਵੱਡੇ ਲੀਡਰ ਕਿਉਂ ਉਸ ਪ੍ਰੋਟੈਸਟ ਤੋਂ ਦੂਰ ਰਹੇ ਜਦ ਕਿ ਸਾਰੇ ਕਿਸਾਨ ਜੋ ਨੇ ਸੜਕਾਂ ਤੇ ਸੀਗੇ? ਜਿੱਥੇ ਕਿਸਾਨੀ ਦੀ ਲੜਾਈ ਲੜਨ ਦੀ ਲੋੜ ਪਊਗੀ, ਕੱਲ ਤਾਂ ਹਜੇ ਪਾਰਲੀਮੈਂਟ 'ਚ ਲੜਾਈ ਚੱਲ ਰਹੀ ਸੀ, ਪਤਾ ਨਹੀਂ ਉੱਥੇ ਇਹ ਵੀ ਸੀ ਕਿ ਸ਼ਾਇਦ ਬਿੱਲ ਰੋਕ ਲੈਣ ਕਿ ਨਹੀਂ ਰੋਕਦੇ। ਲੜਾਈ ਜਿਸ ਫੋਰਮ ਤੇ ਚੱਲ ਰਹੀ ਸੀ ਉੱਥੇ ਲੜਨ ਦਾ ਫਾਇਦਾ ਹੁੰਦਾ ਹੈ। ਲੜਾਈ ਤਾਂ ਚੱਲ ਰਹੀ ਹੋਵੇ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਅਸੀਂ ਲਦਾਖ ਜਾ ਕੇ ਬਹਿ ਜਾਈਏ, ਉਹਦਾ ਕੋਈ ਫਾਇਦਾ ਨਹੀਂ ਸੀ। ਕੀ ਹੁਣ ਅੱਗੇ ਅਕਾਲੀ ਦਲ ਉਹਨੇ ਧਰਨੇ ਵਿੱਚ ਸ਼ਾਮਿਲ ਹੋਊਗਾ ਜੇਕਰ ਕਿਸਾਨ ਕੋਈ ਪ੍ਰੋਟੈਸਟ ਕਰਦੇ ਨੇ? ਅਕਾਲੀ ਦਲ ਦੀ ਸ਼ਮੂਲੀਅਤ ਉਹ ਚਾਹੂਗੀ। ਜਿੱਥੇ ਕਿਸਾਨੀ ਨੂੰ ਲੋੜ ਪਈ ਪੰਜਾਬ ਦੀ ਨੂੰ, ਜਿੱਥੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਨ ਦੀ ਲੋੜ ਪਈ, ਮੈਂ ਅੱਜ ਤੁਹਾਨੂੰ ਤੁਹਾਡੇ ਕੈਮਰੇ ਰਾਹੀਂ ਲੋਕਾਂ ਨੂੰ ਦੱਸਣਾ ਚਾਹਣਾ, ਮੇਰੀ ਗੱਲ ਯਾਦ ਰੱਖਿਓ, ਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਨਾਲ ਖੜਾ ਹੋਊਗਾ। ਇਹ ਜਿਹੜੇ ਕੱਲ ਪਤਲੀ ਗਲੀ ਵੇਖ ਕੇ ਆਪਦੇ ਸਟੈਂਡ ਸਪਸ਼ਟ ਨਾ ਹੋਣ ਨਿਕਲ ਗਏ ਉੱਥੋਂ ਬਹਿ ਕੇ। ਅੱਜ ਭਗਵੰਤ ਮਾਨ ਦੀ ਮੈਂ ਇੱਕ ਬਾਈਟ ਦੇਖ ਰਿਹਾ ਸੀ, ਚੈਨਲ ਨੂੰ ਦਿੱਤੀ ਕਿਸੇ ਨੂੰ, ਕਹਿੰਦਾ ਉੱਥੇ ਤਾਂ ਵੋਟਿੰਗ ਹੀ ਨਹੀਂ ਹੋਈ। ਮੈਂ ਤਾਂ ਚਲਾ ਗਿਆ, ਕਹਿੰਦਾ ਉੱਥੇ ਵੋਟਿੰਗ ਨਹੀਂ ਹੋਈ। 6 ਸਾਲ ਹੋ ਗਏ ਭਗਵੰਤ ਮਾਨ ਨੂੰ ਮੈਂਬਰ ਪਾਰਲੀਮੈਂਟ ਬਣਿਆ। ਮੈਨੂੰ ਸ਼ਰਮ ਆਉਂਦੀ ਹੈ ਕਿ ਐਡੇ ਵੱਡੇ ਝੂਠ। ਕੋਈ ਵੀ ਆਰਡੀਨੈਂਸ ਬਿਨਾਂ ਵੋਟਿੰਗ ਤੋਂ ਕਦੇ ਬਿੱਲ ਬਣ ਸਕਦਾ? ਉੱਥੇ ਵੌਇਸ ਵੋਟ ਹੋਈ ਹੈ ਤੇ ਵੌਇਸ ਵੋਟ ਜਦੋਂ ਉਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਦੇਣਾ ਸੀ, ਉਦੋਂ ਭਗਵੰਤ ਮਾਨ ਨਿਕਲ ਗਿਆ। ਦੋ ਤਰ੍ਹਾਂ ਦੀ ਵੋਟਿੰਗ ਹੁੰਦੀ ਹੈ, ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਪਾਰਲੀਮੈਂਟ 'ਚ ਜਾਂ ਵਿਧਾਨ ਸਭਾ 'ਚ, ਕਿਸੇ 'ਚ ਵੀ। ਜਦੋਂ ਸੱਤਾਧਾਰੀ ਧਿਰ ਕੋਲੇ ਬਹੁਮਤ ਬਹੁਤ ਵੱਡਾ ਹੋਵੇ ਤੇ ਵਿਰੋਧੀ ਧਿਰ ਘੱਟ ਨੰਬਰਾਂ 'ਚ ਹੋਵੇ, ਉਦੋਂ ਵੌਇਸ ਵੋਟ ਕਰ ਲੈਂਦੇ ਆ ਵੀ ਜਿਹੜੇ ਬਿੱਲ ਦੇ ਹੱਕ ਦੇ ਵਿੱਚ ਆ ਉਹ ਹਾਂ ਕਹਿਣ, ਜਿਹੜੇ ਬਿੱਲ ਦੇ ਵਿਰੋਧ ਦੇ ਵਿੱਚ ਆ ਉਹ ਨਾ ਕਹਿਣ। ਜਦੋਂ ਹਾਂ ਵਾਲੇ ਜ਼ਿਆਦਾ ਹੁੰਦੇ ਆ ਤਾਂ ਹਾਂ ਪੱਖ ਦੀ ਜਿੱਤ ਕਹਿ ਕੇ ਉਹ ਬਿੱਲ ਪਾਸ ਹੋ ਜਾਂਦਾ। ਇਹ ਸਭ ਚੀਜ਼ਾਂ ਦੂਜਾ ਮੈਂ ਦੱਸਦਾ, ਦੂਜੀ ਕਹਿੰਦੀ ਹੈ ਡਿਵੀਜ਼ਨ ਆਫ ਵੋਟਸ। ਜਦੋਂ ਨੇੜੇ ਦੀ ਲੜਾਈ ਹੋਵੇ ਕਿਸੇ ਮੁੱਦੇ ਤੇ, ਤਾਂ ਜਦੋਂ ਹਾਂ ਤੇ ਨਾ ਦੀ ਆਵਾਜ਼ ਤਕਰੀਬਨ ਬਰਾਬਰ ਹੋਵੇ, ਉਦੋਂ ਡਿਵੀਜ਼ਨ ਕਰਦੇ ਕਿ ਹਰ ਇੱਕ MP ਪਰਚੀ ਰਾਹੀਂ ਜਾਂ ਬਟਨ ਰਾਹੀਂ ਵੋਟ ਪਾਉਂਦਾ। ਇਹ ਦੋ ਤਰੀਕੇ ਆ ਵੋਟ ਪਾਉਂਦੇ। ਕੱਲ ਵੌਇਸ ਵੋਟ ਨਾਲ ਵੋਟਿੰਗ ਹੋਈ ਹੈ ਤੇ ਭਗਵੰਤ ਮਾਨ ਜਿਹੜਾ ਇੱਥੇ ਬਹੁਤ ਵੱਡੇ ਲੈਕਚਰ ਕਰਦਾ ਸੀ ਖੜ ਕੇ, ਕੱਲ ਪਤਲੀ ਗਲੀ ਦੇ ਵਿੱਚੋਂ ਨਿਕਲ ਗਿਆ ਤੇ ਉਹਨੇ ਕਿਸਾਨਾਂ ਦੇ ਹੱਕ ਦੇ ਵਿੱਚ ਉੱਥੇ ਖੜਾ ਨਹੀਂ ਤੇ ਵੋਟ ਨਹੀਂ ਪਾਈ। ਇਹ ਸਭ ਚੀਜ਼ਾਂ ਤਾਂ ਔਨ ਦੀ ਰਿਕਾਰਡ ਹੋਣੀਆਂ। ਜੋ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਗੁੰਮਰਾਹ ਕੀਤਾ ਜਾਂਦਾ ਹੈ, ਭਗਵੰਤ ਮਾਨ ਚਾਹੇ ਵੱਡੇ ਬਿਆਨ ਦਿੰਦੇ ਨੇ, ਕਿ ਉਸ ਚੀਜ਼ ਨੂੰ ਦੂਰ ਵੀ ਕੀਤਾ ਜਾ ਸਕੇ, ਕਿਉਂਕਿ ਸਭ ਕੁਝ ਔਨ ਦੀ ਰਿਕਾਰਡ ਤਾਂ ਹੋਣਾ ਹੀ। ਇਹ ਤਾਂ ਰਿਕਾਰਡ ਦਾ ਹਿੱਸਾ ਹੈ ਜੀ, ਪਾਰਲੀਮੈਂਟ 'ਚੋਂ ਨਿਕਲ ਆਊਗਾ। ਤੁਸੀਂ ਕੱਲ ਦੀ ਸਪੀਚ ਵੇਖ ਲਓ, ਜਦੋਂ ਮੰਤਰੀ ਨੇ ਅਖੀਰ 'ਚ ਕਨਕਲੂਡ ਕੀਤਾ, ਸਪੀਕਰ ਫਿਰ ਇਹ ਕਹਿੰਦਾ ਕਿ ਇਹ ਬਿੱਲ ਨੂੰ ਵੋਟ ਕੀਤਾ ਜਾਵੇ ਜੀ, जो इसके हक में हैं वो हाँ कहें, जो इसके विरोध में हैं वो ना कहें। तो ना आला कल्ला एक श्रोमणी अकाली दल का प्रधान उत्थे जिन्हें सारे हिंदुस्तान के खास तौर पर उत्तरी भारत के किसानों के हक में खड़ के, चाहे दूजे पासे बहु गिणती सी, चाहे दूजे पासे एक बहुत पुराना अलायंस सी, एक बहुत पुराना गठजोड़ सी, पर किसी चीज़ की परवाह नहीं की। श्रोमणी अकाली दल के प्रधान साहब ने, मैं दोबारा कहना, ਸਾਰੇ ਸਾਡੇ ਵਰਕਰਾਂ ਦਾ ਸਿਰ ਫਕਰ ਨਾਲ ਉੱਚਾ ਕੀਤਾ ਕਿ ਕਿਸਾਨੀ ਦੇ ਹੱਕ ਵਿੱਚ ਸਟੈਂਡ ਲਿੱਤਾ। ਸਰ ਮੇਰਾ ਆਖਰੀ ਸਵਾਲ ਹੈ, ਵਿਰੋਧੀ ਹਮੇਸ਼ਾ ਇਹ ਗੱਲ ਉਠਾਉਂਦੇ ਨੇ ਕਿ ਵਜ਼ੀਰੀ ਦੇ ਕੁਰਸੀ ਦੇ ਲਾਲਚ ਦੇ ਵਿੱਚ ਅਕਾਲੀ ਦਲ ਆਪਦੀ ਗੱਲ ਕਲੀਅਰ ਨਹੀਂ ਕਰਦਾ। ਕੀ ਹੁਣ ਹੋ ਸਕਦਾ ਕਿ ਆਉਣ ਵਾਲੇ ਸਮੇਂ ਜੇਕਰ ਤੁਹਾਡੀ ਸੈਂਟਰ ਨਾਲ ਇਸ ਮਾਮਲੇ ਦੀ ਗੱਲ ਨਹੀਂ ਬਣਦੀ, ਤੁਸੀਂ ਆਪਦਾ ਵਿਰੋਧ ਜਤਾ ਦਿੱਤਾ ਹੈ, ਲੋੜ ਪੈਂਦੀ ਹੈ ਕਿ BJP ਨਾਲ ਗਠਬੰਧਨ ਅਕਾਲੀ ਦਲ ਤੋੜ ਸਕਦਾ? ਤੁਸੀਂ ਜਦੋਂ ਮੌਕਾ ਆਇਆ, ਅਸੀਂ ਆਪਦਾ ਸਟੈਂਡ ਪਾਰਲੀਮੈਂਟ 'ਚ ਸਪਸ਼ਟ ਕਰਤਾ ਨਾ, ਜਦੋਂ ਮੌਕਾ ਆਊਗਾ ਇਹ ਵੀ ਸਪਸ਼ਟ ਹੋ ਜਾਊਗਾ। ਤਾਂ ਸਾਡੇ ਨਾਲ ਪਰਮਬੰਸ ਸਿੰਘ ਬੰਟੀ ਰੋਣਾ ਸਾਹਿਬ ਮੌਜੂਦ ਸੀਗੇ, ਜੋ ਕਿ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ। ਤਾਂ ਇੱਕ ਗੱਲ ਸਪਸ਼ਟ ਇਹਨਾਂ ਨੇ ਕੀਤੀ ਹੈ ਕਿ ਅਕਾਲੀ ਦਲ ਦਾ ਜੋ ਸਟੈਂਡ ਹੈ ਉਹ ਬਿਲਕੁਲ ਕਲੀਅਰ ਹੈ ਅਤੇ ਕਿਸਾਨਾਂ ਦੇ ਹੱਕਾਂ ਲਈ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕੀਤਾ ਜਾਊਗਾ। ਅਕਾਲੀ ਦਲ ਹਮੇਸ਼ਾ ਤੋਂ ਕਿਸਾਨਾਂ ਦੀ ਪਾਰਟੀ ਰਿਹਾ ਹੈ ਅਤੇ ਕਿਸਾਨਾਂ ਦੇ ਹੱਕ ਲਈ ਅਕਾਲੀ ਦਲ ਹਮੇਸ਼ਾ ਤਿਆਰ ਹੈ ਤੇ ਹਰ ਤਰੀਕੇ ਦੀ ਲੜਾਈ ਜੋ ਵੀ ਕਿਸਾਨ ਲੜਨਗੇ ਉਸ ਵਿੱਚ ਅਕਾਲੀ ਦਲ ਬਕਾਇਦਾ ਸ਼ਮੂਲੀਅਤ ਕਰੇਗਾ। ਫਰੀਦਕੋਟ ਤੋਂ ਦੈਨਿਕ ਸਵੇਰਾ ਲਈ ਸੂਰਜ ਪ੍ਰਕਾਸ਼।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।